ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਡੂੰਘੀਆਂ ਸਿਖਰਾਂ। ਜੇ ਕਿਸੇ ਖੇਡ ਵਿੱਚ ਰੈਫਰੀ ਫੈਸਲਾ ਕਰਨ ਉਪਰੰਤ ਵਿਰੋਧ ਕਾਰਨ ਆਪਣਾ ਫੈਸਲਾ ਬਦਲ ਲਵੇ ਤਾਂ ਉਹ ਰੈਫਰੀ ਨਹੀਂ ਰਹੇਗਾ। ਉਸ ਦਾ ਮੁੱਲ ਠੀਕ ਫੈਸਲਾ ਦੇਣ ਅਤੇ ਉਸ ਫੈਸਲੇ ਉੱਤੇ ਦ੍ਰਿੜ ਰਹਿਣ ਦੇ ਆਧਾਰ 'ਤੇ ਹੀ ਪਵੇਗਾ। ਦ੍ਰਿੜਤਾ ਨਾਲ ਮੁਸ਼ਕਿਲਾਂ ਬਰਦਾਸ਼ਤ ਕਰਨ ਦੀ ਸ਼ਕਤੀ ਉਪਜਦੀ ਹੈ। ਇਹ ਸ਼ਕਤੀ ਚਰਿੱਤਰ ਦਾ ਨਿਰਮਾਣ ਕਰਦੀ ਹੈ। ਜਿਤਨਾ ਉੱਚਾ ਚਰਿੱਤਰ ਹੋਵੇਗਾ ਉਤਨੀ ਵੱਡੀ ਪ੍ਰਾਪਤੀ ਹੋਵੇਗੀ। ਸਿਰੜ ਅਤੇ ਸਿਦਕ ਤੋਂ ਬਿਨਾਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਮੁਸੀਬਤਾਂ ਬਣ ਜਾਂਦੀਆਂ ਹਨ। ਵਕਤ ਦੀ ਪਾਬੰਦੀ, ਮਿਹਨਤ ਅਤੇ ਸਿਦਕ ਨਾਲ ਲੋਹਾਰ ਦੀ ਵਰਕਸ਼ਾਪ ਕਾਰ ਦਾ ਕਾਰਖਾਨਾ ਬਣ ਸਕਦੀ ਹੈ, ਠੇਲੇ ਦਾ ਟਰੱਕ ਬਣ ਸਕਦਾ ਹੈ ਅਤੇ ਖੋਖੇ ਵਾਲੇ ਦੀ ਦੁਕਾਨ ਬਣ ਸਕਦੀ ਹੈ। ਸਿਦਕ ਦਾ ਸੰਕਲਪ ਯਹੂਦੀ, ਇਸਲਾਮ ਅਤੇ ਸਿੱਖ ਧਰਮ ਦੇ ਇਤਿਹਾਸ ਵਿੱਚ ਉਪਜਿਆ ਹੈ। ਸਿਦਕ ਨੇ 2000 ਸਾਲ ਬੇਵਤਨੇ ਹੋ ਕੇ ਭਟਕਣ ਦੇ ਬਾਵਜੂਦ ਯਹੂਦੀਆਂ ਦੇ ਮਨਾਂ ਵਿੱਚੋਂ ਆਪਣੇ ਦੇਸ਼ ਇਜ਼ਰਾਈਲ ਦਾ ਸੁਪਨਾ ਮਰਨ ਨਹੀਂ ਦਿੱਤਾ। ਸਿਰੜ ਦਾ ਸੰਕਲਪ ਕੁਦਰਤੀ ਆਫਤਾਂ ਨੂੰ ਬਰਦਾਸ਼ਤ ਕਰਨ ਦੇ ਸਮੁੱਚੇ ਮਨੁੱਖੀ ਵਿਹਾਰ ਦੀ ਦੇਣ ਹੈ, ਜਦੋਂ ਕਿ ਦ੍ਰਿੜਤਾ ਦਾ ਸੰਕਲਪ ਮਹਾਨ ਵਿਅਕਤੀਆਂ ਦੇ ਕਾਰਨਾਮਿਆਂ ਵਿੱਚੋਂ ਉਗੜਿਆ ਹੈ। ਇਹਨਾਂ ਤਿੰਨ ਸੰਕਲਪਾਂ ਤੋਂ ਬਿਨਾਂ ਵਿਅਕਤੀ, ਸਮਾਜ ਅਤੇ ਕੌਮ ਜਾਂ ਦੇਸ਼ ਦਾ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਪੱਧਰ ਉੱਚਾ ਨਹੀਂ ਹੁੰਦਾ। ਪਹਾੜਾਂ ਉੱਤੇ ਚੜ੍ਹਨ ਵਾਲੇ ਮੁਸ਼ਕਿਲ, ਔਖ, ਖਤਰਨਾਕ ਅਤੇ ਸਖ਼ਤ ਦੀ ਪਰਵਾਹ ਨਹੀਂ ਕਰਦੇ। ਦੁਨੀਆ ਉਹਨਾਂ ਨੂੰ ਹੀ ਸੁਣਦੀ, ਵੇਖਦੀ, ਮੰਨਦੀ ਅਤੇ ਸਲਾਹੁੰਦੀ ਹੈ ਜਿਨ੍ਹਾਂ ਨੇ ਔਖੇ ਕੰਮ ਕੀਤੇ ਹੁੰਦੇ ਹਨ। ਜੇ ਪ੍ਰਬੰਧਕ ਮੁਸ਼ਕਿਲ ਵਿੱਚ ਨਾ ਹੋਣ ਤਾਂ ਜਨਤਾ ਨੂੰ ਉਹਨਾਂ ਦੀ ਹੋਂਦ ਅਤੇ ਮਹੱਤਵ ਦਾ ਪਤਾ ਹੀ ਨਹੀਂ ਲੱਗਦਾ। ਹੇਮਕੁੰਟ ਅਤੇ ਅਮਰਨਾਥ ਦੀ ਯਾਤਰਾ ਸਿਦਕ ਅਤੇ ਸਿਰੜ ਨਾਲ ਹੀ ਪੂਰੀ ਹੁੰਦੀ ਹੈ। ਸਿਦਕ, ਸਿਰੜ ਅਤੇ ਦ੍ਰਿੜਤਾ ਤਨ ਦੀਆਂ ਨਹੀਂ, ਮਨ ਦੀਆਂ ਸ਼ਕਤੀਆਂ ਹਨ ਜਿਹੜੀਆਂ ਉੱਚੇ ਚਰਿੱਤਰ ਦਾ ਨਿਰਮਾਣ ਕਰਦੀਆਂ ਹਨ। ਸਿਦਕਵਾਨਾਂ ਦੇ ਰਾਹ ਅਤੇ ਨਿਸ਼ਾਨੇ ਹੋਰ ਹੀ ਹੁੰਦੇ ਹਨ। ਉਦਾਹਰਨ ਵਜੋਂ ਤੁਰਕਾਂ, ਮੰਗੋਲਾਂ, ਪਠਾਨਾਂ, ਰੋਮਨਾਂ, ਰੂਸੀਆਂ, ਫਰਾਂਸੀਸੀਆਂ ਵਾਂਗ ਪੰਜਾਬੀ ਵੀ ਸਾਹਸੀ ਸੁਭਾਅ ਵਾਲੇ ਹਨ। ਇਸ ਸੁਭਾਅ ਕਾਰਨ ਹੀ ਇਹਨਾਂ ਵਿੱਚ ਖੁਸ਼ਹਾਲੀ ਦੀ ਬੇਪਨਾਹ ਰੁਚੀ ਹੈ, ਤੇਜ਼ ਪ੍ਰਵਾਸ ਦੀ ਭਾਵਨਾ ਹੈ, ਸਾਰੀਆਂ ਰੋਕਾਂ ਉਲੰਘ ਕੇ ਨਿਸ਼ਾਨੇ 'ਤੇ ਅੱਪੜਨ ਦੀ ਹਿੰਮਤ ਹੈ, ਵਗਾਰਾਂ ਸਵੀਕਾਰ ਕਰਨ ਦੀ ਬਿਰਤੀ ਹੈ, ਈਨ ਨਾ ਮੰਨਣ ਦਾ ਸਿਰੜ ਹੈ, ਮੁਸ਼ਕਿਲਾਂ ਅਤੇ ਮੁਸੀਬਤਾਂ ਨੂੰ ਖਿੜੇ ਮੱਥੇ ਸਹਿਣ ਦਾ ਜਿਗਰਾ ਹੈ, ਬਾਹਾਂ ਫੈਲਾ ਕੇ ਮਿਲਣ ਅਤੇ ਬੂਹੇ ਖੋਲ੍ਹ ਕੇ ਜਿਉਣ ਦੀ ਆਦਤ ਹੈ। ਇਹ ਸਭ ਕੁਝ ਪ੍ਰਕਿਰਤਿਕ ਚੌਗਿਰਦੇ, ਖੁੱਲ੍ਹੀ ਖੁਰਾਕ, ਪੀਂਡੇ ਜੂਸੇ ਅਤੇ ਭੈ ਮੁਕਤ ਹੋਣ ਕਾਰਨ ਹੈ। ਸਰਦਾਰ ਸ਼ਬਦ ਪੰਜਾਬੀਆਂ ਨੇ ਅਫਗਾਨਾਂ ਤੋਂ ਪ੍ਰਾਪਤ ਕੀਤਾ ਹੈ। ਮਿਸਲਾਂ ਦੇ ਸਮੇਂ ਤੱਕ ਸਿੱਖ ਨੂੰ ਭਾਈ ਕਿਹਾ ਜਾਂਦਾ ਸੀ। 18ਵੀਂ ਸਦੀ ਵਿੱਚ ਨਾਦਰ ਸ਼ਾਹ ਦੁਰਾਨੀ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਵਿੱਚ ਸਿੱਖਾਂ ਦੀਆਂ ਅਫਗਾਨਾਂ ਨਾਲ ਮੁੱਠਭੇੜਾਂ ਹੁੰਦੀਆਂ ਰਹਿੰਦੀਆਂ ਸਨ। ਸਿੱਖ ਬਹਾਦਰ ਸਨ, ਪਰ ਅਫਗਾਨ ਸਿੱਖਾਂ ਨਾਲੋਂ ਵੀ ਬਹਾਦਰ ਸਨ ਅਤੇ ਸਿੱਖ ਅਫਗਾਨਾਂ ਦੀ ਬਹਾਦਰੀ ਨੂੰ ਖਿੜੇ ਮੱਥੇ ਮੰਨਦੇ ਸਨ। ਅਫਗਾਨ ਆਪਣੀ ਟੁਕੜੀ ਦੇ ਮੁਖੀ ਨੂੰ ਸਰਦਾਰ ਕਹਿੰਦੇ ਸਨ। ਸਿੱਖਾਂ ਨੇ ਅਫਗਾਨਾਂ ਦਾ ਇਹ ਸ਼ਬਦ ਅਪਣਾ ਲਿਆ ਅਤੇ ਬਹਾਦਰ ਸਿੱਖ ਨੂੰ ਸਰਦਾਰ ਕਿਹਾ ਜਾਣ ਲੱਗਿਆ। ਅੰਗਰੇਜ਼ਾਂ ਨੇ ਸਰਦਾਰ ਦਾ ਖਿਤਾਬ ਦੇਣਾ ਆਰੰਭ ਕੇ ਇਸ ਸ਼ਬਦ ਦਾ ਸਤਿਕਾਰ ਹੋਰ ਵੀ ਵਧਾ ਦਿੱਤਾ ਸੀ। ਬਹਾਦਰਾਂ ਵਿੱਚ ਨਿਆਂ ਅਤੇ ਅਣਖ ਲਈ ਲੜਨ, ਮਰਨ ਅਤੇ ਜਾਬਰ ਨੂੰ ਲਲਕਾਰਨ ਦੀ ਦਲੇਰੀ ਹੁੰਦੀ ਹੈ। ਇਸੇ ਕਰਕੇ ਇਹਨਾਂ ਵਿੱਚ ਜੀਵਨ ਨੂੰ ਭਰਪੂਰ ਰੂਪ ਵਿੱਚ ਮਾਣਨ ਦੀ ਤਾਂਘ ਅਤੇ ਸ਼ਿੱਦਤ ਵੀ ਹੁੰਦੀ ਹੈ। ਸੋਹਣੀਆਂ ਇਸਤਰੀਆਂ ਬਹਾਦਰਾਂ ਦੀਆਂ ਪਤਨੀਆਂ ਹੋਣ ਵਿੱਚ ਮਾਣ ਮਹਿਸੂਸ ਕਰਦੀਆਂ ਹਨ। ਬਹਾਦਰ ਉਹਨਾਂ ਦਰਿਆਵਾਂ ਵਿਚਕਾਰ ਵਸਣ ਵਾਲੇ ਲੋਕ ਹੁੰਦੇ ਹਨ ਜਿਨ੍ਹਾਂ ਦਰਿਆਵਾਂ ਦਾ ਪਾਣੀ ਸ਼ਰਾਬ ਵਰਗਾ ਹੁੰਦਾ ਹੈ। ਸ਼ਰਾਬ ਹਮੇਸ਼ਾ ਸੋਹਣੀਆਂ, ਸਿਆਣੀਆਂ, ਬਹਾਦਰ ਅਤੇ ਖੁਸ਼ਹਾਲ ਕੌਮਾਂ ਨੇ ਪੀਤੀ ਹੈ। ਸ਼ਰਾਬ ਜਿੱਤ ਦੇ ਜਸ਼ਨ ਦਾ ਭਾਗ ਹੈ, ਪਰ ਜੱਦੋ-ਜਹਿਦ ਅਤੇ ਜਿੱਤ ਤੋਂ ਬਿਨਾਂ ਸ਼ਰਾਬ ਪੀਣੀ ਬੇਵਿਚਾਰ ਹੈ। ਜੱਦੋ-ਜਹਿਦ ਅਤੇ ਸਫਲਤਾ ਤੋਂ ਬਿਨਾਂ ਸ਼ਰਾਬ ਪੀਣ ਵਾਲਾ ਵਿਅਕਤੀ ਹੀ ਨਹੀਂ, ਕੌਮ ਵੀ ਨਿਰੰਤਰ ਹਾਰਦੀ ਚਲੀ ਜਾਂਦੀ ਹੈ।
ਜਿੱਤ ਦਾ ਜਸ਼ਨ ਬਹਾਦਰਾਂ ਨੂੰ ਮਜ਼ਬੂਤ ਬਣਾਉਂਦਾ ਹੈ। ਬਹਾਦਰ ਕੌਮਾਂ ਦੇ ਸਾਜ਼, ਸੰਗੀਤ ਅਤੇ ਨਾਚ ਵੀ ਮਜ਼ਬੂਤ ਹੁੰਦੇ ਹਨ। ਬਹਾਦਰ ਵਿਅਕਤੀ ਇਕੱਲਾ ਹੀ ਬਹੁਸੰਮਤੀ ਵਾਲਾ ਵਾਤਾਵਰਨ ਅਤੇ ਵੱਡੀ ਫੌਜ ਵਾਲਾ ਹੌਸਲਾ ਸਿਰਜ ਲੈਂਦਾ ਹੈ। ਜਿੱਤ ਦਾ ਜਸ਼ਨ ਮਨਾਉਣ ਦਾ ਫਰਾਂਸੀਸੀਆਂ ਦਾ ਅੰਦਾਜ਼ ਸ਼ਾਹਾਨਾ ਮੰਨਿਆ ਗਿਆ ਹੈ। ਫਰਾਂਸ ਨੇ ਹੀ ਸ਼ੈਂਪੇਨ ਨੂੰ ਜਿੱਤ ਅਤੇ ਸਫਲਤਾ ਦੇ ਜਸ਼ਨ ਦੀ ਸ਼ਰਾਬ ਵਜੋਂ ਸਥਾਪਿਤ ਕੀਤਾ ਹੈ। ਜੋਸ਼ੀਲੇ ਜਸ਼ਨ ਹਿੰਮਤ, ਆਸ ਅਤੇ ਉਮੀਦ ਦਾ ਪ੍ਰਗਟਾਵਾ ਹੁੰਦੇ ਹਨ। ਜੋਸ਼ ਹੀ ਹੈ ਜਿਹੜਾ ਅਸਫਲਤਾ ਨੂੰ ਸਫਲਤਾ ਵਿੱਚ ਪਲਟਾ ਦਿੰਦਾ ਹੈ। ਜੋਸ਼ ਨਾਲ ਅਸੀਂ ਗਰੀਬੀ ਦੀਆਂ ਪੀੜਾਂ ਅਤੇ ਅਮੀਰੀ ਦੇ ਅਕੇਵੇਂ ਤੋਂ ਮੁਕਤ ਹੋ ਜਾਂਦੇ ਹਾਂ। ਜੋਸ਼ ਨਾਲ ਅਸੀਂ ਤਾਰਿਆਂ ਨੂੰ ਵੀ ਨੇੜੇ ਮਹਿਸੂਸ ਕਰਨ ਲੱਗ ਪੈਂਦੇ ਹਾਂ। ਅੱਖਾਂ ਦੀ ਚਮਕ, ਚਾਲ ਦੀ ਮਟਕ, ਹੱਥ ਦੀ ਮਜ਼ਬੂਤ ਪਕੜ ਅਤੇ ਖਤਰੇ ਮੁੱਲ ਲੈਣ ਦੀ ਦਲੇਰੀ ਜੋਸ਼ ਵਿੱਚੋਂ ਹੀ ਉਪਜਦੀ ਹੈ। ਮੰਜ਼ਿਲ 'ਤੇ ਪਹੁੰਚਣਾ ਅਤੇ ਰਸਤੇ ਦੇ ਨਜ਼ਾਰੇ ਵੇਖਣੇ ਬਾਬਾ ਦੀਪ ਸਿੰਘ ਅਤੇ ਹਰੀ ਸਿੰਘ ਨਲੂਏ ਦੇ ਹਿੱਸੇ ਹੀ ਆਉਂਦੇ ਹਨ। ਸਿਰੜ ਅਤੇ ਸਿਦਕ ਕਾਰਨ ਹੀ ਇਹਨਾਂ ਬਹਾਦਰਾਂ ਵਿੱਚ ਬਾਜਾਂ ਅਤੇ ਸ਼ੇਰਾਂ ਵਾਲੇ ਗੁਣ ਉਪਜੇ ਸਨ। ਸ਼ੇਰ ਅਤੇ ਬਾਜ ਬਲ ਅਤੇ ਸ਼ਕਤੀ, ਨਿਡਰਤਾ ਅਤੇ ਦ੍ਰਿੜਤਾ ਦੇ ਪ੍ਰਤੀਕ ਹਨ। ਰੋਮ ਵਿੱਚ ਬਾਜਾਂ ਨੂੰ ਯੁੱਧ ਸਮੇਂ ਸ਼ੁਭ ਸ਼ਗਨ ਵਜੋਂ ਉਡਾਇਆ ਜਾਂਦਾ ਸੀ। ਬਾਜ ਦਾ ਦਿਸ ਜਾਣਾ ਲੜ ਰਹੀ ਫੌਜ ਦੇ ਹੌਸਲੇ ਚੁੱਕ ਦਿੰਦਾ ਸੀ। ਖਾਲਸੇ ਦੀ ਸਿਰਜਣਾ ਵੇਲੇ ਵੀ ਮੌਕੇ ਦੀ ਨਜਾਕਤ ਨੂੰ ਸਪਸ਼ਟ ਕਰਨ ਲਈ ਬਾਜ ਉਡਾਇਆ ਗਿਆ ਸੀ। ਬਾਜ ਅਸਮਾਨ ਦਾ ਸ਼ੇਰ ਹੁੰਦਾ ਹੈ। ਵੱਡੇ ਦਰਿਆ ਅਤੇ ਪਹਾੜ ਵਿਸ਼ਾਲਤਾ ਅਤੇ ਦ੍ਰਿੜਤਾ ਦੇ ਪ੍ਰਤੀਕ ਹੁੰਦੇ ਹਨ। ਯੁੱਧ ਵਿੱਚ ਭਾਵੇਂ ਭਿੜਦੀ ਫੌਜ ਹੈ, ਪਰ ਲੜਦਾ ਕੌਮ ਦਾ ਸਿਦਕ ਹੈ। ਸਿਦਕ ਅਤੇ ਸਿਰੜ ਦੇ ਪੱਖੋਂ ਇੱਕ ਛੋਟਾ ਜਿਹਾ ਪਿੰਡ ਸਾਰਾਗੜ੍ਹੀ ਇਤਿਹਾਸ ਦੇ ਪੰਨਿਆਂ ਵਿੱਚ ਬੜੀ ਵੱਡੀ ਥਾਂ ਮੱਲੀ ਬੈਠਾ ਹੈ। ਇਹ ਪਿੰਡ ਅਜੋਕੇ ਪਾਕਿਸਤਾਨ ਵਿਚਲੇ ਕੋਹਾਟ ਜ਼ਿਲ੍ਹੇ ਦੀ ਸਰਹੱਦ ਉੱਤੇ ਸੀ, ਜਿੱਥੇ 6000 ਫੁੱਟ ਦੀ ਉਚਾਈ ਉੱਤੇ ਬਣੀ ਛੋਟੀ ਜਿਹੀ ਗੜ੍ਹੀ ਫੌਜੀ ਨੁਕਤੇ ਤੋਂ ਬੜੀ ਮਹੱਤਵਪੂਰਨ ਸੀ ਅਤੇ ਅੰਗਰੇਜ਼ਾਂ ਨੇ ਇੱਥੇ ਲੋਕਹਾਟ ਅਤੇ ਗੁਲਿਸਤਾਨ ਦੇ ਕਿਲ੍ਹਿਆਂ ਵਿਚਾਲੇ ਹੋਣ ਕਰਕੇ ਵਜ਼ੀਰ ਕਬੀਲੇ ਦੇ ਲੜਾਕੇ ਕਬਾਇਲੀਆਂ 'ਤੇ ਨਜ਼ਰ ਰੱਖਣ ਲਈ ਸਿੱਖ ਰੈਜੀਮੈਂਟ ਦੇ ਸਿਪਾਹੀ ਨਿਯੁਕਤ ਕੀਤੇ ਹੋਏ ਸਨ। 19ਵੀਂ ਸਦੀ ਦੇ ਮੁੱਕਣ ਤੋਂ 2.5 ਕੁ ਸਾਲ ਪਹਿਲਾਂ ਰਾਤੋਂ ਰਾਤ 10,000 ਕਬਾਇਲੀਆਂ ਨੇ ਇਹ ਗੜ੍ਹੀ ਘੇਰ ਲਈ ਅਤੇ ਗੜ੍ਹੀ ਵਿਚਲੇ ਸਿਪਾਹੀਆਂ ਦਾ ਮੁੱਖ ਰੱਖਿਆ ਦਸਤੇ ਨਾਲੋਂ ਸੰਪਰਕ ਟੁੱਟ ਗਿਆ। ਉਸ ਸਮੇਂ ਇਹ ਗੜ੍ਹੀ ਹਵਲਦਾਰ ਈਸ਼ਰ ਸਿੰਘ ਦੀ ਕਮਾਨ ਵਿੱਚ ਸੀ, ਜਿਸ ਨਾਲ ਇੱਕ ਨਾਇਕ, ਇੱਕ ਲਾਸ ਨਾਇਕ ਅਤੇ 18 ਹੋਰ ਸਿੱਖ ਸੈਨਿਕ ਸਨ। ਪਰ ਉਹ ਜਿਸ ਸੂਰਬੀਰਤਾ, ਸਿਦਕ ਅਤੇ ਸਿਰੜ ਨਾਲ ਲੜੇ, ਉਹ ਸਿੱਖ ਰੈਜੀਮੈਂਟਾਂ ਲਈ ਇੱਕ ਸਦੀਵੀ ਯਾਦ ਬਣ ਗਈ। ਉਹਨਾਂ 21 ਨੇ 600 ਤੋਂ ਵੱਧ ਵੈਰੀਆਂ ਨੂੰ ਮਾਰ ਕੇ ਚੌਂਕੀ ਨੂੰ ਬਚਾਈ ਰੱਖਿਆ। ਉਹਨਾਂ ਦੀ ਬਹਾਦਰੀ ਦੇ ਵਿਸ਼ਵ ਭਰ ਵਿੱਚ ਚਰਚੇ ਹੋਏ। ਬਰਤਾਨਵੀ ਪਾਰਲੀਮੈਂਟ ਵਿੱਚ ਪ੍ਰਸ਼ੰਸਾ ਕੀਤੀ ਗਈ। ਸੂਰਬੀਰਤਾ ਅਤੇ ਦ੍ਰਿੜਤਾ ਦੇ ਪੱਖੋਂ ਯੂਨੈਸਕੋ ਵੱਲੋਂ ਇਸ ਲੜਾਈ ਨੂੰ ਸੰਸਾਰ ਦੀਆਂ 8 ਮਹਾਨ ਉਦਾਹਰਨਾਂ ਵਿੱਚ ਗਿਣਿਆ ਗਿਆ ਹੈ। ਸਿੱਖਾਂ ਦੀ ਸੂਰਬੀਰਤਾ ਦੀ ਇਹ ਕਹਾਣੀ ਫਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਇਸ ਅਤੇ ਅਜਿਹੀਆਂ ਹੋਰ ਉਦਾਹਰਨਾਂ ਕਰਕੇ ਸਿੱਖ ਰੈਜੀਮੈਂਟਾਂ ਬਾਰੇ ਮਸ਼ਹੂਰ ਹੈ ਕਿ ਇਹਨਾਂ ਵਿੱਚ ਅਸੰਭਵ ਨੂੰ ਸੰਭਵ ਕਰਨ ਦੀ ਯੋਗਤਾ ਹੈ। ਖੇਤਰ ਕੋਈ ਹੋਵੇ, ਸਿਦਕ, ਸਿਰੜ ਅਤੇ ਦ੍ਰਿੜਤਾ ਤੋਂ ਬਿਨਾਂ ਕੁਝ ਵੀ ਮੁੱਲਵਾਨ ਨਹੀਂ ਉਪਜਦਾ। ਜੇ ਸਿਦਕ ਨਾਲ ਨਾ ਜੂਝਿਆ ਜਾਵੇ ਤਾਂ ਅਕਸਰ ਭੁਲੇਖਾ ਪੈਂਦਾ ਹੈ ਕਿ ਅਸੀਂ ਸ਼ਾਇਦ ਜਿੱਤ ਗਏ ਹਾਂ, ਪਰ ਝੱਟ ਮਗਰੋਂ ਹੀ ਸਾਬਤ ਹੋ ਜਾਂਦਾ ਹੈ ਕਿ ਇਹ ਭੁਲੇਖਾ ਹੀ ਸੀ। ਕਿਸਮਤ ਅਤੇ ਸਬੱਬ ਵੀ ਸਿਦਕਵਾਨਾਂ ਦੇ ਪੱਖ ਵਿੱਚ ਹੁੰਦੇ ਹਨ। ਸਿਦਕਵਾਨਾਂ ਦੇ ਇਰਾਦੇ ਹੀ ਤਲਵਾਰਾਂ ਅਤੇ ਤੋਪਾਂ ਹੁੰਦੀਆਂ ਹਨ। ਸਿਦਕ, ਸਿਰੜ ਅਤੇ ਦ੍ਰਿੜਤਾ ਦਾ ਸਪਸ਼ਟ ਪ੍ਰਗਟਾਵਾ ਪਹਿਲਾਂ ਯੁੱਧ ਦੇ ਮੈਦਾਨ ਵਿੱਚ ਹੁੰਦਾ ਸੀ, ਹੁਣ ਵਿਸ਼ਵ ਪੱਧਰ ਦੀਆਂ ਖੇਡਾਂ ਵਿੱਚ ਹੁੰਦਾ ਹੈ। ਕਈ ਖੇਡਾਂ ਮੁਹਾਰਤ ਦੀ ਪਰਖ ਕਰਦੀਆਂ ਹਨ, ਜਿਨ੍ਹਾਂ ਵਿੱਚ ਅੱਖ ਦੀ ਫੁਰਤੀ ਅਤੇ ਹੱਥ ਦੀ ਚੁਸਤੀ ਪਰਖੀ ਜਾਂਦੀ ਹੈ। ਕਈ ਖੇਡਾਂ ਸਾਡੀ ਸਰੀਰਕ ਸਮਰੱਥਾ ਨਾਲ ਸੰਬੰਧਿਤ ਹੁੰਦੀਆਂ ਹਨ, ਜਿਨ੍ਹਾਂ ਲਈ ਲੰਮੀ ਸਿਖਲਾਈ ਅਤੇ ਨਿਰੰਤਰ ਅਭਿਆਸ ਦੀ ਲੋੜ ਹੁੰਦੀ ਹੈ। ਨਿਸ਼ਾਨਾ ਲਾਉਣ, ਦੌੜਨ, ਛਾਲ ਮਾਰਨ, ਭਾਰ ਚੁੱਕਣ, ਨੇਜਾ ਸੁੱਟਣ ਆਦਿ ਦੇ ਮੁਕਾਬਲੇ ਖਿਡਾਰੀਆਂ ਦੇ ਸਿਦਕ ਅਤੇ ਸਿਰੜ ਤੋਂ ਇਲਾਵਾ ਇਕਾਗਰਤਾ, ਮਨੋਬਲ, ਸਵੈ ਕਾਬੂ ਆਦਿ ਦੀ ਪਰਖ ਵੀ ਕਰਦੇ ਹਨ।
ਖੇਤਰ ਕੋਈ ਹੋਵੇ, ਸਿਖਰਾਂ ਨੂੰ ਛੂਹਣ ਦੇ ਯਤਨ ਜਾਰੀ ਹਨ। 16 ਸਾਲ ਦੀ ਉਮਰ ਵਿੱਚ ਐਵਰੈਸਟ ਫਤਿਹ ਕਰਨੀ, ਅਟਲਾਂਟਿਕ ਸਾਗਰ ਨੂੰ ਇਕੱਲਿਆਂ ਤੈਰ ਕੇ ਪਾਰ ਕਰਨਾ, ਗੁਬਾਰੇ ਵਿੱਚ ਨਿਰੰਤਰ 40,000 ਕਿਲੋਮੀਟਰ ਉੱਡਣਾ, 24 ਘੰਟਿਆਂ ਵਿੱਚ 80,000 ਪੌਦੇ ਲਾਉਣੇ, ਇੱਕ ਦਿਨ ਵਿੱਚ 150 ਕਿਲੋਮੀਟਰ ਪਿਛਲ ਪੈਰੀ ਦੌੜਨਾ, ਇਕੱਲਿਆਂ ਅੰਟਾਰਕਟਿਕਾ ਗਾਉਣਾ, ਇੱਕ ਸਾਲ ਵਿੱਚ 25,000 ਕਿਲੋਮੀਟਰ ਦੌੜਨਾ ਸਿਦਕ ਅਤੇ ਦ੍ਰਿੜਤਾ ਤੋਂ ਬਿਨਾਂ ਸੰਭਵ ਨਹੀਂ ਸਨ ਹੋ ਸਕਦੇ। ਉਸ ਦੇ ਸਿਰੜ ਨੂੰ ਕੀ ਕਹੀਏ, ਜਿਸ ਨੇ ਵੀਲ ਚੇਅਰ ਵਿੱਚ ਸੰਸਾਰ ਦਾ ਚੱਕਰ ਲਾਇਆ ਹੈ। ਧਰਮ ਦੇ ਵਿਸ਼ਾਲ ਖੇਤਰ ਵਿੱਚ ਵੀ ਸਿਦਕਵਾਨਾਂ ਦੀਆਂ ਕਈ ਵੰਨਗੀਆਂ ਹਨ। ਨਾਭਾ ਰਿਆਸਤ ਵਿੱਚ ਮਹਾਨ ਕੋਸ਼ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਬਾਬਾ ਨਾਰਾਇਣ ਸਿੰਘ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਸੀ ਅਤੇ ਉਹ ਬਿਨਾਂ ਉੱਠੇ, ਬਿਨਾਂ ਕੁਝ ਖਾਧੇ ਪੀਤੇ ਇੱਕ ਹੀ ਬੈਠਕ ਵਿੱਚ 27 ਘੰਟਿਆਂ ਵਿੱਚ ਸੰਪੂਰਨ ਅਖੰਡ ਪਾਠ ਕਰਿਆ ਕਰਦੇ ਸਨ। ਇਸ ਨੂੰ ਅਤ ਅਖੰਡ ਪਾਠ ਕਿਹਾ ਜਾਂਦਾ ਸੀ। ਉਹ ਹਰ ਮਹੀਨੇ ਨੇਮ ਨਾਲ 4 ਪਾਠ ਕਰਦੇ ਸਨ। ਵੇਖਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਕਿਤਨਾ ਲੰਮਾ ਅਭਿਆਸ ਕੀਤਾ ਹੋਵੇਗਾ ਅਤੇ ਉਹਨਾਂ ਦਾ ਆਪਣੇ ਆਪ ਉੱਤੇ, ਆਪਣੇ ਸਰੀਰ ਉੱਤੇ, ਆਪਣੇ ਮਨ ਉੱਤੇ ਕਿਤਨਾ ਦ੍ਰਿੜ ਸਵੈ ਕਾਬੂ ਸੀ। ਸਿਦਕ, ਸਿਰੜ ਅਤੇ ਦ੍ਰਿੜਤਾ ਮਨੁੱਖੀ ਵਿਹਾਰ ਦੇ ਸਦਗੁਣ ਹਨ, ਜਦੋਂ ਕਿ ਹਠ, ਜਿੱਦ ਅਤੇ ਅੜੀ ਇਹਨਾਂ ਹੀ ਗੁਣਾਂ ਦੇ ਕੋਝੇ ਰੂਪ ਹਨ। ਕਕਈ ਹਠ ਦੀ, ਹਰਨਾਕਸ਼ ਜਿੱਦ ਦਾ ਅਤੇ ਰਾਵਣ ਅੜੀ ਦੇ ਪ੍ਰਤੀਨਿਧ ਹਨ। ਅਜੇ ਤੱਕ ਕਿਸੇ ਨੇ ਆਪਣੀ ਧੀ ਦਾ ਨਾਂ ਕਕਈ ਜਾਂ ਪੁੱਤਰ ਦਾ ਨਾਂ ਹਰਨਾਕਸ਼ ਜਾਂ ਪੋਤੇ ਦਾ ਨਾਂ ਰਾਵਣ ਨਹੀਂ ਰੱਖਿਆ। ਮਹਾਨ ਕਾਰਜ ਅਤੇ ਉੱਚੇ ਆਦਰਸ਼ ਸਿਦਕ ਅਤੇ ਸਿਰੜ ਨਾਲ ਹੀ ਸਿਰੇ ਚੜ੍ਹਦੇ ਹਨ, ਜਦੋਂ ਕਿ ਨੀਵੇਂ ਮਨਸੂਬਿਆਂ ਲਈ ਜਿੱਦ ਅਤੇ ਅੜੀ ਵਰਤੀ ਜਾਂਦੀ ਹੈ। ਸਿਦਕ ਹਰੇਕ ਪੱਖਪਾਤ ਨੂੰ ਜਿੱਤ ਲੈਂਦਾ ਹੈ। ਸਿਦਕਵਾਨਾਂ ਵਿੱਚ ਹੌਸਲਾ ਵਧੇਰੇ ਨਹੀਂ ਹੁੰਦਾ, ਡਰ ਘੱਟ ਹੁੰਦਾ ਹੈ। ਸੰਕਟ ਵਿੱਚ ਚਰਿੱਤਰ ਉਪਜਦਾ ਨਹੀਂ, ਉਗੜਦਾ ਹੈ। ਸਮੁੰਦਰੀ ਤੂਫਾਨ ਵਿੱਚ ਘਿਰਿਆ ਹੋਇਆ ਜਹਾਜ਼ ਜਾਂ ਬੇੜਾ ਸੰਕਟ ਦੀ ਅਤ ਗੰਭੀਰ ਉਦਾਹਰਨ ਹੈ, ਪਰ ਮਲਾਹਾਂ ਦੇ ਸਿਦਕ ਅਤੇ ਸਿਰੜ ਨਾਲ ਜਹਾਜ਼ ਬਚ ਜਾਂਦੇ ਹਨ। ਇਸੇ ਲਈ ਅਖਾਣ ਬਣਿਆ ਹੈ, ਸਿਦਕ ਦੇ ਬੇੜੇ ਪਾਰ। ਜਦੋਂ ਵੀ ਕੋਈ ਮਨੁੱਖ ਚੰਗਾ, ਸਰਬੱਤ ਦੇ ਭਲੇ ਵਾਲਾ ਕੰਮ ਕਰਦਾ ਹੈ ਤਾਂ ਸਰੀਰ ਆਪ ਮੁਹਾਰੇ ਵਧੇਰੇ ਸ਼ਕਤੀ ਉਪਜਾਉਂਦਾ ਹੈ ਅਤੇ ਚੰਗੇ ਕੰਮ ਲਈ ਸਾਡੀ ਤਾਕਤ ਵੱਧ ਜਾਂਦੀ ਹੈ। ਉੱਚੇ ਇਰਾਦੇ ਸਾਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ, ਜਦੋਂ ਕਿ ਨੀਵੇਂ ਇਰਾਦਿਆਂ ਵਿੱਚੋਂ ਥਕਾਵਟ ਅਤੇ ਪਰੇਸ਼ਾਨੀ ਹੀ ਉਪਜਦੀ ਹੈ। ਜਦੋਂ ਵੀ ਸਮੁੱਚੀ ਮਾਨਵ ਜਾਤੀ ਲਈ ਤੁਸੀਂ ਕੁਝ ਕਰੋਗੇ, ਕੰਮ ਹਲਕਾ, ਸੌਖਾ ਅਤੇ ਮੰਨਣਯੋਗ ਹੋ ਜਾਵੇਗਾ। ਧਿਆਨ ਨਾਲ ਵੇਖੋਗੇ ਤਾਂ ਜਾਣਨ ਵਿੱਚ ਮੁਸ਼ਕਲ ਨਹੀਂ ਹੋਵੇਗੀ ਕਿ ਸਾਰੀ ਪ੍ਰਕਿਰਤੀ ਦੇਣ ਦੇ ਅਮਲ ਵਿੱਚ ਹੈ। ਜੇ ਤੁਸੀਂ ਚਲਾਕੀ ਕਰੋਗੇ, ਝੂਠ ਬੋਲੋਗੇ, ਪਖੰਡ ਰਚੋਗੇ, ਕੰਮ ਚੋਰ ਬਣੋਗੇ ਤਾਂ ਜੋ ਕੁਝ ਹੈ ਉਹ ਵੀ ਗੁਆਚਦਾ ਚਲਾ ਜਾਵੇਗਾ। ਹੰਢਣਸਾਰ ਪਰਿਵਰਤਨ ਸਿਦਕ, ਸਿਰੜ ਅਤੇ ਦ੍ਰਿੜਤਾ ਤੋਂ ਬਿਨਾਂ ਨਹੀਂ ਵਾਪਰਦੇ। ਲਿੰਕਨ ਨੇ ਜੋ ਕੁਝ ਕੀਤਾ ਸੀ ਉਹ ਕੇਵਲ ਉਹੀ ਕਰ ਸਕਦਾ ਸੀ। ਬੂੰਦ ਵਿੱਚ ਸਾਗਰ ਹੋਣ ਦੀ ਇੱਛਾ ਕਦੇ ਨਹੀਂ ਮਿਟੇਗੀ। ਦੁਰਘਟਨਾਵਾਂ, ਸੰਕਟ ਅਤੇ ਹਾਦਸੇ ਵਾਪਰਦੇ ਰਹਿਣਗੇ, ਕਿਉਂਕਿ ਇਹ ਸਾਡੇ ਸਿਦਕ ਅਤੇ ਸਿਰੜ ਨੂੰ ਨਿਰੰਤਰ ਪਰਖਦੇ ਰਹਿੰਦੇ ਹਨ। ਵੱਡੇ ਫੈਸਲਿਆਂ ਲਈ ਵੱਡੇ ਸਿਰੜ ਦੀ ਲੋੜ ਪੈਂਦੀ ਹੈ, ਕਿਉਂਕਿ ਵੱਡੇ ਨਿਰਣਿਆਂ ਅਤੇ ਪਰਿਵਰਤਨਾਂ ਦਾ ਵਿਰੋਧ ਹੁੰਦਾ ਹੈ। ਫੈਸਲਾ ਕਰਨ ਦੀ ਲੋੜ ਉਦੋਂ ਹੀ ਪੈਂਦੀ ਹੈ ਜਦੋਂ ਫੈਸਲੇ ਕਰਨ ਵਿੱਚ ਰੁਕਾਵਟ ਹੋਵੇ। ਫੈਸਲਾ ਅਤੇ ਕੁਝ ਕਰਨ ਦਾ ਇਕਰਾਰ ਕਰਨਾ ਹੀ ਨਹੀਂ ਹੁੰਦਾ, ਉਸ 'ਤੇ ਪਹਿਰਾ ਵੀ ਦੇਣਾ ਹੁੰਦਾ ਹੈ ਅਤੇ ਉਸ ਨੂੰ ਸਿਰੇ ਵੀ ਚੜ੍ਹਾਉਣਾ ਹੁੰਦਾ ਹੈ। ਨਹੀਂ ਤਾਂ ਫੈਸਲੇ ਹੁੰਦੇ ਰਹਿੰਦੇ ਹਨ, ਕਾਨੂੰਨ ਬਣਦੇ ਰਹਿੰਦੇ ਹਨ, ਪਰ ਅਮਲ ਨਾ ਹੋਣ ਕਰਕੇ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਸਮਾਜ ਨੂੰ ਬਦਲਣ ਵਾਸਤੇ ਬਹਾਦਰ ਅਤੇ ਦੂਰ ਅੰਦੇਸ਼ ਸਿਦਕਵਾਨਾਂ ਦੀ ਲੋੜ ਪੈਂਦੀ ਹੈ। ਖੇਤਰ ਕੋਈ ਹੋਵੇ, ਉੱਤਮਤਾ ਦੀ ਕੀਮਤ ਜੀਵਨ ਭਰ ਦੀ ਮਿਹਨਤ ਹੁੰਦੀ ਹੈ। ਇਸ ਤੋਂ ਸਸਤੀ ਇਹ ਕਿਧਰੇ ਮਿਲਦੀ ਹੀ ਨਹੀਂ। ਹਰ ਤਬਦੀਲੀ ਵਾਸਤੇ ਅਤੇ ਵਿਕਾਸ ਵਾਸਤੇ ਜੱਦੋ-ਜਹਿਦ ਕਰਨੀ ਅਤੇ ਲੜਨਾ ਪੈਂਦਾ ਹੈ। ਮਿਹਨਤ ਲੜਨ ਦੀ ਹੀ ਇੱਕ ਕਿਸਮ ਹੈ। ਮਨੁੱਖ ਨੇ ਜੋ ਕੁਝ ਮੁੱਲਵਾਨ ਪ੍ਰਾਪਤ ਕੀਤਾ ਹੈ ਉਹ ਮਿਹਨਤ ਨਾਲ ਹੀ ਕੀਤਾ ਹੈ।
ਉਦਾਹਰਨ ਵਜੋਂ ਤੇਜ਼ ਚੱਲਣ ਦੀ ਇੱਛਾ ਵਿੱਚੋਂ ਸਾਈਕਲ ਦੀ ਕਾਢ ਨਿਕਲੀ। ਰਾਤਾਂ ਜਾਗਣ ਵਾਲਿਆਂ ਨੇ ਤਾਰਾ ਵਿਗਿਆਨ ਦਾ ਮੁੱਢ ਬੰਨ੍ਹਿਆ। ਦੋਹਾਂ ਹੱਥਾਂ ਨਾਲ ਲਿਖਣ ਦੇ ਉਦੇਸ਼ ਵਿੱਚੋਂ ਟਾਈਪਰਾਈਟਰ ਨਿਕਲੀ। ਜੇ ਕੋਈ ਨਿਸ਼ਚਿਤ ਉਦੇਸ਼ ਨਾ ਹੋਵੇ ਤਾਂ ਮਨੁੱਖ ਦੀ ਕਿਸੇ ਕੰਮ ਵਿੱਚ ਰੁਚੀ ਜਾਂ ਦਿਲਚਸਪੀ ਹੀ ਨਹੀਂ ਉਪਜਦੀ। ਉੱਚੇ ਉਦੇਸ਼ ਤੋਂ ਬਿਨਾਂ ਕੀਤੇ ਕੰਮ ਦਾ ਕੋਈ ਨਤੀਜਾ ਨਹੀਂ ਨਿਕਲਦਾ। ਜੇ ਕੇਵਲ ਧਨ ਇਕੱਠਾ ਕਰਨਾ ਹੀ ਮਨੁੱਖ ਦਾ ਉਦੇਸ਼ ਬਣ ਜਾਵੇ ਤਾਂ ਉਹ ਉਦੇਸ਼ ਵਿੱਚ ਤਾਂ ਭਾਵੇਂ ਸਫਲ ਹੋ ਜਾਵੇ, ਪਰ ਅਜਿਹਾ ਮਨੁੱਖ ਜੀਵਨ ਦੀਆਂ ਉੱਚੀਆਂ ਤਸੱਲੀਆਂ ਅਤੇ ਡੂੰਘੇ ਅਨੁਭਵਾਂ ਤੋਂ ਵਿਰਵਾ ਰਹਿ ਜਾਂਦਾ ਹੈ। ਕੰਜੂਸੀ, ਸਾੜੇ, ਈਰਖਾ ਜਾਂ ਬੇਈਮਾਨੀ ਦੀ ਆਦਤ ਅਤੀਤ ਦੀ ਕਿਸੇ ਘਾਟ ਕਰਕੇ ਅਤੇ ਭਵਿੱਖ ਵਿੱਚ ਵਿਸ਼ਵਾਸ ਦੀ ਅਣਹੋਂਦ ਕਾਰਨ ਉਪਜਦੀ ਹੈ। ਕਈਆਂ ਨੇ ਅਤੀਤ ਨੂੰ ਇਤਨਾ ਘੁੱਟ ਕੇ ਫੜਿਆ ਹੋਇਆ ਹੈ ਕਿ ਉਹਨਾਂ ਦੇ ਹੱਥ ਵਰਤਮਾਨ ਨੂੰ ਪਕੜਨ ਅਤੇ ਭਵਿੱਖ ਨੂੰ ਛੂਹਣ ਲਈ ਖੁੱਲ੍ਹਦੇ ਹੀ ਨਹੀਂ। ਅਜਿਹੇ ਜੀਵਨ ਵਿੱਚ ਦੁਹਰਾਅ ਹੁੰਦਾ ਹੈ ਅਤੇ ਕੁਝ ਨਵਾਂ ਨਹੀਂ ਵਾਪਰਦਾ। ਜਿੱਥੇ ਜੀਵਨ ਨੇਮਬੱਧ ਨਹੀਂ ਹੁੰਦਾ, ਉੱਥੇ ਲੋਕਾਂ ਦੀ ਹੋਂਦ ਤਾਂ ਹੁੰਦੀ ਹੈ ਪਰ ਪਛਾਣ ਨਹੀਂ ਹੁੰਦੀ। ਅਫਰੀਕੀ ਮਹਾਂਦੀਪ ਨਾਲ ਇਵੇਂ ਹੀ ਵਾਪਰ ਰਿਹਾ ਹੈ। ਅਜੋਕੇ ਯੁੱਗ ਵਿੱਚ ਮਨੁੱਖ ਨੂੰ ਡੇਗਣ ਅਤੇ ਨਿਤਾਣਾ ਬਣਾਉਣ ਵਾਲੀਆਂ, ਭ੍ਰਿਸ਼ਟ ਕਰਨ ਲਈ ਭਰਮਾਉਣ ਵਾਲੀਆਂ ਅਤੇ ਨਸ਼ਿਆਂ ਨਾਲ ਅਸਲੀ ਉਦੇਸ਼ ਤੋਂ ਭਟਕਾਉਣ ਵਾਲੀਆਂ ਸ਼ਕਤੀਆਂ ਬੜੀਆਂ ਬਲਵਾਨ ਹੋ ਗਈਆਂ ਹਨ। ਸੋ ਸਿਦਕ ਅਤੇ ਸਿਰੜ ਤੋਂ ਬਿਨਾਂ ਜੀਵਨ ਨੂੰ ਸਾਰਥਕ ਢੰਗ ਨਾਲ ਜਿਉਣਾ ਸੰਭਵ ਨਹੀਂ ਰਿਹਾ। ਹੁਣ ਨਿੱਕੀ ਜਿਹੀ ਮੁਸ਼ਕਲ ਤੇ ਆਤਮਘਾਤ ਕਰਨ, ਨਿਗੂਣੀ ਜਿਹੀ ਅਸਫਲਤਾ ਤੇ ਢੇਰੀ ਢਾਹੁਣ ਅਤੇ ਪੜ੍ਹਾਈ ਵਿੱਚੇ ਛੱਡ ਦੇਣ ਅਤੇ ਨਿੱਕੇ ਜਿਹੇ ਬੋਲ ਬੁਲਾਰੇ ਤੇ ਤਲਾਕ ਲੈਣ ਦਾ ਰੁਝਾਨ ਨਿਰੰਤਰ ਵਧ ਰਿਹਾ ਹੈ। ਨਸ਼ਿਆਂ ਦੀ ਉਪਜਾਈ ਨਿਰਾਸ਼ਤਾ, ਕੁਝ ਨਵਾਂ ਕਰਨ ਦੇ ਪੱਖੋਂ ਝਿਜਕ, ਅਸੰਭਵ ਨਿਸ਼ਾਨੇ, ਮਿੱਥਨ ਅਤੇ ਅਸਫਲ ਹੋਣ ਪਿੱਛੋਂ ਉਪਜੀ ਉਦਾਸੀ ਸਾਡੇ ਵਿਹਾਰ ਦਾ ਭਾਗ ਬਣ ਗਈਆਂ ਹਨ। ਲੋੜ ਹੈ ਕਿ ਸੁਸਤ ਅਤੇ ਸੌਖੀ ਜ਼ਿੰਦਗੀ ਦੀ ਥਾਂ ਮਜ਼ਬੂਤ ਜੀਵਨ ਦੀ ਤਾਂਘ ਕੀਤੀ ਜਾਵੇ ਅਤੇ ਬੱਚਿਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਚੁੱਕਣ ਦੇ ਯੋਗ ਬਣਾਇਆ ਜਾਵੇ। ਬੱਚਿਆਂ ਨੂੰ ਪਲੋਸ ਕੇ ਰੱਖਣ ਦੀ ਥਾਂ ਉਹਨਾਂ ਵਿੱਚ ਸਖਤ ਜਾਨ ਬਣਨ ਦੀ ਰੀਝ ਅਤੇ ਜੱਦੋ-ਜਹਿਦ ਕਰਨ ਦੀ ਆਦਤ ਪਾਉਣ ਦੀ ਲੋੜ ਹੈ। ਤਾਂ ਹੀ ਉਹ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰ ਸਕਣਗੇ। ਇੱਕ ਵਾਰ ਇੱਕ ਵਿਅਕਤੀ ਨੇ ਤਿਤਲੀਆਂ ਨੂੰ ਕੋਇਆ ਵਿੱਚੋਂ ਨਿਕਲਣ ਦੀ ਔਖਿਆਈ ਵੇਖੀ ਤਾਂ ਉਸਨੇ ਆਪਣੇ ਅੰਗੂਠੇ ਨਾਲ ਉਹਨਾਂ ਨੂੰ ਕੋਇਆਂ ਵਿੱਚੋਂ ਬਾਹਰ ਕੱਢਿਆ। ਪਰ ਉਸਨੇ ਵੇਖਿਆ ਕਿ ਜਿਨ੍ਹਾਂ ਤਿਤਲੀਆਂ ਨੇ ਕੋਇਆਂ ਵਿੱਚੋਂ ਆਪੇ ਨਿਕਲਣ ਦੀ ਜੱਦੋ-ਜਹਿਦ ਨਹੀਂ ਸੀ ਕੀਤੀ, ਉਹ ਉੱਡ ਨਹੀਂ ਸੀ ਸਕਦੀਆਂ। ਉਹਨਾਂ ਵਿੱਚ ਉੱਡਣ ਦਾ ਸਾਹਸ, ਸਿਦਕ ਅਤੇ ਭਰੋਸਾ ਨਹੀਂ ਸੀ। ਬੱਚਿਆਂ ਵਿੱਚ ਜਿੱਤ ਦਾ ਭਰੋਸਾ ਸਿਰਜਣ ਲਈ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਖੇਡ ਵਿੱਚ ਜਿੱਤਣਾ ਮਹੱਤਵਪੂਰਨ ਨਹੀਂ, ਜਿੱਤ ਦੀ ਭਾਵਨਾ ਨਾਲ ਪੂਰਾ ਤਾਣ ਲਾ ਕੇ ਖੇਡਣਾ ਮਹੱਤਵਪੂਰਨ ਹੈ। ਅਸੀਂ ਕੰਮ ਹੀ ਨਹੀਂ ਕਰਨਾ, ਚੰਗੇ ਕੰਮ ਨੂੰ ਚੰਗੇ ਢੰਗ ਨਾਲ ਕਰਕੇ ਆਪਣਾ ਸਮਾਂ ਵੀ ਮੁੱਲਵਾਨ ਬਣਾਉਣਾ ਹੈ। ਬੱਚਿਆਂ ਵਿੱਚ ਦੂਜਿਆਂ ਦੇ ਗੁਣਾਂ ਦੀ ਕਦਰ ਪਾਉਣ ਦੀ ਜਾਂਚ ਵੀ ਸਿਖਾਉਣ ਦੀ ਲੋੜ ਹੈ, ਕਿਉਂਕਿ ਬਹਾਦਰ, ਕਾਬਲ ਅਤੇ ਲਾਇਕ ਦੂਜਿਆਂ ਲਈ ਪ੍ਰਸ਼ੰਸਾ ਨਾਲ ਭਰੇ ਹੁੰਦੇ ਹਨ। ਵੇਖਿਆ ਗਿਆ ਹੈ ਕਿ ਸਿਦਕ ਅਤੇ ਸਿਰੜ ਵਾਲੇ ਵਿਅਕਤੀ ਥੋੜ੍ਹੀ ਜਿਹੀ ਸਮਰੱਥਾ ਨਾਲ ਵੀ ਬਹੁਤ ਕੁਝ ਕਰ ਲੈਂਦੇ ਹਨ, ਜਦੋਂ ਕਿ ਬਹੁਤ ਸਮਰੱਥਾਵਾਨ ਵਿਅਕਤੀ ਵੀ ਨਿਰਾਸ਼ਾਵਾਦੀ ਬਿਰਤੀ ਕਾਰਨ ਕੁਝ ਵੀ ਨਹੀਂ ਕਰ ਸਕਦੇ। ਭਾਵੇਂ ਸਥਿਤੀ ਬੜੀ ਗੰਭੀਰ ਹੈ, ਪਰ ਸਾਰਾਗੜ੍ਹੀ ਦੇ ਬਹਾਦਰਾਂ ਵਾਂਗ ਅਸੀਂ ਆਪਣੀਆਂ ਸ਼ਕਤੀਆਂ ਨੂੰ ਪਛਾਣ ਕੇ ਚੰਗਾ ਉਦੇਸ਼ ਮਿੱਥ ਕੇ ਸਿਦਕ, ਸਿਰੜ ਅਤੇ ਦ੍ਰਿੜਤਾ ਨਾਲ ਹਾਰ ਅਤੇ ਅਸਫਲਤਾ ਨੂੰ ਜ਼ਰੂਰ ਪਛਾੜ ਸਕਦੇ ਹਾਂ ਅਤੇ ਅਜਿਹਾ ਕਰਕੇ ਅਸੀਂ ਜੀਵਨ ਦੀ ਮੂਹਰਲੀ ਕਤਾਰ ਵਿੱਚ ਖਲੋਣ ਦੇ ਸਮਰੱਥ ਹੋ ਸਕਦੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।